Hello and welcome, students, in this new chapter of environmental studies, that is impact of energy uses on environment. ਇਹ ਲਾਸਟ ਟੌਪਿਕ ਹੈ ਆਪਣਾ environmental science ਦਾ। ਇਸ ਦੇ ਵਿੱਚ ਅੱਜ ਆਪਾਂ ਦੇਖਾਂਗੇ ਪਹਿਲਾਂ ਤਾਂ ਕਲਾਈਮੇਟ ਚੇਂਜ ਦੇ ਬਾਰੇ ਗੱਲ ਕਰਾਂਗੇ ਕਿ ਕਲਾਈਮੇਟ ਚੇਂਜ ਕੀ ਹੈ, ਐਂਡ ਉਸ ਤੋਂ ਬਾਅਦ ਜੋ ਆਪਾਂ ਮੋਸਟ ਇੰਪੋਰਟੈਂਟਲੀ ਦੇਖਾਂਗੇ ਫੋਕਸ ਨਾਲ ਥੋੜ੍ਹਾ ਜਿਹਾ ਚੀਜ਼ ਜੋ ਆਪਾਂ ਐਨਾਲਿਸਿਸ ਕਰਾਂਗੇ ਉਹ ਹੈ ਗਲੋਬਲ ਵਾਰਮਿੰਗ। ਗਲੋਬਲ ਵਾਰਮਿੰਗ ਕੀ ਹੈ, ਇਸ ਦੇ ਕੀ ਇੰਪੈਕਟਸ ਹੁੰਦੇ ਨੇ, ਠੀਕ ਹੈ, ਕੀ ਇਸ ਦੇ ਇਫੈਕਟਸ ਨਿਕਲ ਕੇ ਆਉਂਦੇ ਨੇ, ਕਿਹੜੇ ਚੀਜ਼ਾਂ ਦੇ ਨਾਲ ਇਹ ਸਾਡੇ ਕੋਲ ਹੁੰਦੀ ਹੈ, ਗਲੋਬਲ ਵਾਰਮਿੰਗ ਹੁੰਦੀ ਹੈ, ਠੀਕ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਲਾਈਮੇਟ ਚੇਂਜ ਦੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਡੇ ਟੂ ਡੇ ਐਕਟੀਵਿਟੀਜ਼ ਜਿਹੜੀਆਂ ਸਾਡੀਆਂ ਹੁੰਦੀਆਂ ਨੇ, ਫਿਲਹਾਲ ਜੋ ਥੋੜ੍ਹੀਆਂ ਜਿਹੀਆਂ ਬੰਦ ਨੇ ਐਕਟੀਵਿਟੀਜ਼, ਠੀਕ ਹੈ, ਬਟ ਔਨ ਦਾ ਜਰਨਲ ਜੋ ਐਕਟੀਵਿਟੀਜ਼ ਅਸੀਂ ਪਰਫੋਰਮ ਕਰਦੇ ਸੀ, ਲਾਈਕ ਇੰਡਸਟਰੀਜ਼ ਦਾ ਚੱਲਣਾ, ਵਹੀਕਲਸ ਦੀ ਮੂਵਮੈਂਟ, ਠੀਕ ਹੈ, ਵੱਖ-ਵੱਖ ਜਗ੍ਹਾ 'ਤੇ ਪੋਲਿਊਸ਼ਨ ਜਿਹੜਾ ਕ੍ਰੀਏਟ ਹੋ ਰਿਹਾ ਸੀ, ਉਹ ਸਾਰੀਆਂ ਕੀ ਕਰਦੀਆਂ ਸੀ, ਅਲੱਗ-ਅਲੱਗ ਐਟਮੋਸਫੈਰਿਕ ਕੰਡੀਸ਼ਨਸ ਜਿਹੜੀਆਂ ਸਾਡੀਆਂ ਹੁੰਦੀਆਂ ਨੇ। ਕਿਹੜੀਆਂ ਹੁੰਦੀਆਂ ਨੇ ਐਟਮੋਸਫੈਰਿਕ ਕੰਡੀਸ਼ਨਸ? ਜਿਵੇਂ ਸਾਡੇ ਕੋਲ ਹੋ ਗਿਆ ਟੈਂਪਰੇਚਰ, ਠੀਕ ਹੈ, ਹਿਊਮਿਡਿਟੀ, ਨਮੀ, ਵਿੰਡੀਨੈਸ ਜਿਹੜਾ ਹਵਾ ਦਾ ਬਹਾਵ ਹੈ, ਕਲਾਊਡੀਨੈਸ ਬੱਦਲਵਾਈ ਜਿਹਨੂੰ ਕਹਿ ਦਿੰਦੇ ਆ, ਪ੍ਰੈਸੀਪੀਟੇਸ਼ਨ ਬਾਰਿਸ਼, ਠੀਕ ਹੈ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਸਾਡੇ ਕੋਲ, ਇਹ ਜਿਹੜੀਆਂ ਐਕਟੀਵਿਟੀਜ਼ ਨੇ, ਇਹ ਬੇਸਿਕਲੀ ਅਗਰ ਕਿਸੇ ਇੱਕ ਜਗ੍ਹਾ ਦੇ ਉੱਤੇ ਗੱਲ ਕਰੀਏ ਤਾਂ ਉਹ ਕੀ ਡਿਫਾਈਨ ਕਰਦੀਆਂ ਨੇ, ਉਸ ਦਾ ਵੈਦਰ ਡਿਫਾਈਨ ਕਰਦੀਆਂ ਨੇ। ਅਗਰ ਡੇਲੀ ਦੀ ਗੱਲ ਕਰੀਏ, ਠੀਕ ਹੈ, ਅਗਰ ਡੇਲੀ ਦੀ ਗੱਲ ਕਰੀਏ ਤਾਂ ਇਸ ਨੂੰ ਅਸੀਂ ਕਹਿ ਦਿੰਦੇ ਹਾਂ ਮੌਸਮ। ਵੈਦਰ ਇਜ਼ ਬੇਸਿਕਲੀ ਮੌਸਮ ਕਹਿ ਦਿੰਦੇ ਹਾਂ ਨਾ, ਵੀ ਇੱਥੋਂ ਦਾ ਮੌਸਮ ਇੱਦਾਂ ਦਾ ਹੋ ਗਿਆ। ਉਦੋਂ ਬਾਅਦ ਜੇ ਇਹਦੀ ਅਸੀਂ ਮੈਜਰਮੈਂਟ ਕਰਦੇ ਹਾਂ ਕਾਫੀ ਲੰਬੇ ਸਮੇਂ ਤੱਕ, ਮੰਨ ਲਓ 4 ਮਹੀਨੇ 5 ਮਹੀਨੇ ਅਸੀਂ ਇਸ ਨੂੰ ਮੈਜਰ ਕਰਦੇ ਹਾਂ, ਇਸ ਨੂੰ ਮਾਪਦੇ ਹਾਂ, ਤਾਂ ਉਸ ਨੂੰ ਕਹਿ ਦਿੰਦੇ ਹਾਂ ਕਲਾਈਮੇਟ। ਦੈਟ ਇਜ਼ ਕਾਲਡ ਕਲਾਈਮੇਟ ਔਰ ਜਲਵਾਯੂ, ਜਿਹਨੂੰ ਆਪਾਂ ਪੰਜਾਬੀ 'ਚ, ਠੀਕ ਹੈ, ਜਾਂ ਹਿੰਦੀ 'ਚ ਕਹਿ ਦਿੰਦੇ ਹਾਂ ਜਲਵਾਯੂ। ਕਲਾਈਮੇਟ ਆਫ ਅ ਗਿਵਨ ਰੀਜਨ ਮੇ ਵੇਰੀ ਫਰੋਮ ਈਅਰ ਟੂ ਈਅਰ, ਸਾਲ ਤੋਂ ਸਾਲ ਵੀ ਵੇਰੀ ਕਰ ਸਕਦਾ ਹੈ। ਉਸ ਤੋਂ ਬਾਅਦ ਆਪਾਂ ਇਸ ਨੂੰ ਗਰਮੀ ਅਤੇ ਸਰਦੀ ਦੇ ਵਿੱਚ ਵੀ ਡਿਵਾਈਡ ਕਰਕੇ ਰੱਖ ਲੈਂਦੇ ਹਾਂ, ਠੀਕ ਹੈ ਨਾ। the change in the statistical properties of the climate system is defined as the climate change। ਹੁਣ ਚੇਂਜ ਕੀ ਹੈ ਕਲਾਈਮੇਟ 'ਚ? ਚੇਂਜ ਮੌਸਮ 'ਚ ਚੇਂਜ, ਜਲਵਾਯੂ 'ਚ ਚੇਂਜ ਆਪਾਂ ਕੀ ਕਹਿ ਸਕਦੇ ਹਾਂ ਇਸ ਵਿੱਚ। ਜਲਵਾਯੂ ਚੇਂਜ ਦਾ ਮਤਲਬ ਇਹ ਹੈ ਕਿ ਜਿਹੜਾ ਤੁਹਾਡੇ ਕੋਲ ਲੈਟਸ ਸੇ ਅਗਰ ਬਾਰਿਸ਼ ਦਾ ਜੋ ਪੈਟਰਨ ਸੀ, ਫਿਕਸਡ ਪੈਟਰਨ ਸੀ, ਉਹ ਇਹ ਸੀ ਕਿ ਲੈਟਸ ਸੇ ਜੋ ਆਪਣੇ ਇੰਡੀਆ ਦੇ ਵਿੱਚ ਜੋ ਬਾਰਿਸ਼ ਹੁੰਦੀ ਹੈ ਉਹ ਮੌਨਸੂਨ ਦੇ ਕਰਕੇ ਹੁੰਦੀ ਹੈ। ਮੌਨਸੂਨ ਦੀ ਜਿਹੜੀ ਬਾਰਿਸ਼ ਹੈ ਉਹ ਆਪਣੇ ਅਪਰੋਕਸੀਮੇਟਲੀ ਜੂਨ 'ਚ, ਕੁਛ ਜੂਨ 'ਚ ਜਾਂ ਮਈ ਦੇ ਕੁਛ ਐਂਡ 'ਚ ਸਟਾਰਟਿੰਗ ਹੋ ਜਾਂਦੀ ਹੁੰਦੀ ਹੈ, ਐਂਡ ਇਟ ਲਾਸਟ ਟਿਲ ਸੈਪਟੰਬਰ ਫਸਟ ਵੀਕ ਐਂਡ ਲਾਈਕਵਾਈਜ਼। ਥੋੜ੍ਹਾ ਬਹੁਤਾ ਸਰਦੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਅਗਰ ਹੋ ਜਾਂਦੀ ਸੀ, ਦੈਟ ਵਾਜ਼ ਡਿਊ ਟੂ ਦਾ ਰੀਟਰੈਕਟਿੰਗ ਮੌਨਸੂਨ, ਜੋ ਮੌਨਸੂਨ ਵਿੰਡਸ ਵਾਪਸ ਜਾਂਦੀਆਂ ਨੇ ਉਹਨਾਂ ਕਰਕੇ ਹੋ ਜਾਂਦੀ ਸੀ। ਬਟ ਅੱਜ ਕੱਲ੍ਹ ਦੇਖੋਗੇ ਨਾ ਬਹੁਤ ਪੁੱਠਾ ਜਿਹਾ ਪੈਟਰਨ ਹੋ ਰਿਹਾ ਹੈਗਾ। ਹੁਣ ਜਿਵੇਂ ਆਪਾਂ ਮਾਰਚ ਅਪ੍ਰੈਲ ਦੇ ਵਿੱਚ ਵੀ ਨਾ ਬਾਰਿਸ਼ ਫੇਸ ਕਰਦੇ ਹਾਂ, ਠੀਕ ਹੈ। ਇਹ ਕੋਈ ਸੀਜ਼ਨ ਨਹੀਂ ਹੈ ਬਾਰਿਸ਼ ਦਾ, ਜਾਂ ਕੋਈ ਕਹਿ ਲਈਏ ਕਿ ਦਿਸ ਇਜ਼ ਨਾਟ ਦ ਟਾਈਮ ਵੈਨ ਵੀ ਸ਼ੁੱਡ ਫੇਸ ਦਿਸ ਪ੍ਰੈਸੀਪੀਟੇਸ਼ਨ, ਹੈ ਨਾ, ਜਾਂ ਬਾਰਿਸ਼ ਅਸੀਂ ਫੇਸ ਕਰੀਏ, ਇਹ ਉਹ ਸਮਾਂ ਨਹੀਂ ਹੈ। ਇਸ ਕਰਕੇ ਜਿਹੜਾ ਚੇਂਜ ਹੈ, ਜਿਹੜਾ ਬਦਲਾਵ ਆ ਰਿਹਾ ਹੈਗਾ ਕਿਸੇ ਵੀ ਕਲਾਈਮੇਟ ਸਿਸਟਮ ਦੀਆਂ ਪ੍ਰੋਪਰਟੀਜ਼ ਦੇ ਵਿੱਚ, ਉਸ ਨੂੰ ਅਸੀਂ ਕੀ ਕਹਿੰਦੇ ਹੈਗੇ? ਕਲਾਈਮੇਟ ਚੇਂਜ। ਦੈਟ ਇਜ਼ ਕਾਲਡ ਕਲਾਈਮੇਟ ਚੇਂਜ। The change in the climate has occurred due to both human as well as natural activities। ਦੇਖੋ ਦੋਨਾਂ ਚੀਜ਼ਾਂ ਕਰਕੇ ਇਸ ਦੇ ਐਕਟੀਵਿਟੀਜ਼ ਕਰਕੇ ਹੁੰਦਾ। ਕੁਛ ਤਾਂ ਨੈਚੁਰਲ ਐਕਟੀਵਿਟੀਜ਼ ਵੀ ਹੁੰਦੀਆਂ ਨੇ, ਕੁਛ ਹਿਊਮਨ ਐਕਟੀਵਿਟੀਜ਼ ਵੀ ਹੁੰਦੀਆਂ ਨੇ, ਠੀਕ ਹੈ। ਦੇਖੋ ਆਪਾਂ ਥਿਊਰੀ ਮੰਨ ਕੇ ਚੱਲਦੇ ਹਾਂ ਕਿ ਜਦੋਂ ਅਰਥ ਬਣੀ ਹੈ ਤਾਂ ਅਰਥ ਸਨ ਦੇ ਨਾਲੋਂ ਇੱਕ ਪਾਰਟ ਇਹਦਾ ਅਲੱਗ ਹੋ ਗਿਆ ਸੀ। ਜਦੋਂ ਇਹ ਅਲੱਗ ਹੋਇਆ ਪਾਰਟ, ਤਾਂ ਉਸ ਤੋਂ ਬਾਅਦ ਇਹ ਹੌਲੀ ਕੂਲ ਡਾਊਨ ਹੋਇਆ। ਕੂਲ ਡਾਊਨ ਹੋ ਕੇ ਇਸ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੀ ਵੈਜੀਟੇਸ਼ਨ ਫਾਰਮ ਹੋਈ, ਪਲਾਂਟ, ਐਨੀਮਲਸ, ਐਂਡ ਦੈਨ ਹਿਊਮਨ ਲਾਈਫ ਫਾਰਮ ਹੋਈ, ਐਂਡ ਉਸ ਤੋਂ ਬਾਅਦ ਹੌਲੀ ਇਸ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਉਹ ਸਾਡੇ ਅਨੁਕੂਲ ਹੋਣੀਆਂ ਸ਼ੁਰੂ ਹੋਈਆਂ, ਠੀਕ ਹੈ। ਫਿਰ ਉਸ ਤੋਂ ਬਾਅਦ ਹੌਲੀ ਸਾਡੇ 'ਚ ਜਿਹੜਾ ਇਹ ਹੈ ਕਿ ਸਾਡੇ ਜਿਹੜੇ ਜਲਵਾਯੂ ਦੇ ਵਿੱਚ ਚੇਂਜ ਆਉਣਾ ਸ਼ੁਰੂ ਹੋਇਆ। ਇਹ ਤਾਂ ਸੀਗਾ ਨੈਚੁਰਲ ਫਿਨੋਮੀਨਾ। ਬਟ ਕੁਛ ਇਸ ਨੈਚੁਰਲ ਫਿਨੋਮੀਨਾ ਨੂੰ ਅਸੀਂ ਵੀ ਫਾਸਟ ਕਰਤਾ, ਅਸੀਂ ਵੀ ਡਿਸਰਪਟ ਕਰਤਾ, ਅਸੀਂ ਵੀ ਕੀ ਕੀਤਾ ਗਾ, ਅਸੀਂ ਇਸ ਦੇ ਵਿੱਚ ਬਹੁਤ ਹੀ ਅਨਨੈਚੁਰਲ ਜਿਹਾ ਬਦਲਾਵ ਇੰਟਰੋਡਿਊਸ ਕੀਤਾ ਹਿਊਮਨ ਐਕਟੀਵਿਟੀਜ਼ ਨੇ। ਜਿਵੇਂ ਕਿ ਪੋਲਿਊਸ਼ਨ ਹੋ ਗਿਆ, ਉਸ ਤੋਂ ਬਾਅਦ ਸਾਡੀ ਜਿਹੜੀ ਅਸੀਂ ਬਿਨਾਂ ਮਤਲਬ ਤੋਂ ਜਿਹੜੀ ਡੀਫੋਰੈਸਟੇਸ਼ਨ ਕਰ ਰਹੇ ਹਾਂ ਜਾਂ ਵਾਈਲਡ ਲਾਈਫ ਕਿਲ ਕਰ ਰਹੇ ਹਾਂ, ਠੀਕ ਹੈ। ਉਹ ਸਾਰੇ ਚੀਜ਼ਾਂ ਦਾ ਨਤੀਜਾ ਸੀ ਕਿ ਸਾਨੂੰ ਜਿਹੜੀ ਕਲਾਈਮੇਟ ਚੇਂਜ ਆ ਉਹ ਬਹੁਤ ਜ਼ਿਆਦਾ
ਐਡਵਰਸ ਇਫੈਕਟ ਦੇ ਵਿੱਚ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਬੁਰਾ ਪ੍ਰਭਾਵ ਅਸੀਂ ਮਹਿਸੂਸ ਕਰ ਰਹੇ ਹਾਂਗੇ ਪਿਛਲੇ ਕੁਛ ਦਹਾਕਿਆਂ ਤੋਂ, ਠੀਕ ਹੈ, ਫਰੋਮ ਲਾਸਟ ਦੀਜ਼ 10-20 ਈਅਰਸ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਮਹਿਸੂਸ ਕਰ ਰਹੇ ਹਾਂ, ਠੀਕ ਹੈ। ਕਿਉਂਕਿ ਦੇਖੋ ਅਗਰ ਅੱਜ ਦੇ ਦਿਨਾਂ ਤੁਸੀਂ ਮਹਿਸੂਸ ਕੀਤਾ ਹੋਵੇ ਡਿਊ ਟੂ ਲੋਕਡਾਊਨ ਮੈਨੀ ਥਿੰਗਸ ਹੈਵ ਕਮ ਇਨ ਦਾ ਆਰਡਰ, ਠੀਕ ਹੈ। ਗੰਗਾ, ਯਮੁਨਾ, ਇਹ ਕੁਛ ਇੰਪੋਰਟੈਂਟ ਰਿਵਰਸ ਨੇ ਆਪਣੇ ਕੰਟਰੀ ਦੀਆਂ ਜਿਨ੍ਹਾਂ ਦੇ ਉੱਪਰ ਇੰਨਾ ਜ਼ਿਆਦਾ ਐਕਸਪੈਂਡੀਚਰ ਹੁੰਦਾ ਸੀ ਉਹਨਾਂ ਨੂੰ ਸਾਫ਼ ਕਰਨ ਦੇ ਲਈ, ਬਟ ਡਿਊ ਟੂ ਦੀਜ਼ ਮੈਨੀ ਡੇਜ਼ ਜਿਨ੍ਹਾਂ ਦੇ ਵਿੱਚ ਲੋਕਡਾਊਨ ਹੋਇਆ ਹੈ, ਠੀਕ ਹੈ, ਜਿਨ੍ਹਾਂ ਲਈ ਲੋਕਡਾਊਨ ਰਿਹਾ ਆਪਣੇ ਕੋਲ ਜਿਨ੍ਹਾਂ ਦਿਨਾਂ ਦੇ ਵਿੱਚ, ਤਾਂ ਉਹਨਾਂ ਦਿਨਾਂ ਦੇ ਸਿਰਫ ਉਸ ਇੰਪੈਕਟ ਨੇ ਕਿਉਂਕਿ ਇੰਡਸਟਰੀਜ਼ ਬੰਦ ਰਹੀਆਂ ਇੰਡਸਟਰੀਜ਼ ਨੇ ਕੋਈ ਬਾਹਰ ਕੋਈ ਡਿਸਚਾਰਜ ਹੀ ਨਹੀਂ ਕੀਤਾ। ਅਗਰ ਡਿਸਚਾਰਜ ਨਹੀਂ ਹੋਇਆ ਤਾਂ ਆਹ ਦੋਨੇ ਰਿਵਰਸ ਆਟੋਮੈਟਿਕਲੀ ਕਲੀਨ ਹੋ ਗਏ। ਇਹਨਾਂ ਦੀਆਂ ਪਿਕਚਰਸ ਦੇਖਿਓ ਅਗਰ ਨੈਟ ਦੇ ਉੱਪਰ ਤੁਹਾਨੂੰ ਮਿਲੂਗਾ, ਠੀਕ ਹੈ। ਸੋ ਬਹੁਤ ਫਰਕ ਹੋਇਆ। ਤੁਸੀਂ ਆਪ ਵੀ ਇਨਵਾਇਰਮੈਂਟ ਨਾ ਸ਼ਾਮ ਨੂੰ ਮਹਿਸੂਸ ਕਰਿਆ ਕਰੋ, ਜਦੋਂ ਤੁਸੀਂ 5-6 ਵਜੇ ਇਨਵਾਇਰਮੈਂਟ ਮਹਿਸੂਸ ਕਰਦੇ ਹੋ ਨਾ, ਬਹੁਤ ਕਲੀਨ, ਕਾਫੀ ਸਾਫ਼ ਇਨਵਾਇਰਮੈਂਟ, ਮਤਲਬ ਬਰੀਦੇਬਲ ਇਨਵਾਇਰਮੈਂਟ ਤੁਹਾਨੂੰ ਫੀਲ ਹੋ ਰਿਹਾ ਹੈਗਾ, ਠੀਕ ਹੈ। ਸੋ ਦੈਟ ਇਜ਼ ਬਿਕੋਜ਼ ਸਾਡੀਆਂ ਐਕਟੀਵਿਟੀਜ਼ ਹੀ ਇੱਦਾਂ ਦੀਆਂ ਸੀਗੀਆਂ। ਸੋ ਇਹਨਾਂ ਦੇ ਵਿੱਚੋਂ ਨਾ ਇੱਕ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਐਕਟੀਵਿਟੀ ਜਿਹਨੇ ਸਭ ਤੋਂ ਜ਼ਿਆਦਾ ਮਤਲਬ ਕੀ ਕਹੀਏ ਕਿ ਮਾੜਾ ਪ੍ਰਭਾਵ ਪਾਇਆ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ, ਜਾਂ ਕਲਾਈਮੇਟ ਚੇਂਜ ਨੂੰ ਹੋਰ ਵੀ ਜ਼ਿਆਦਾ ਐਕਸਲਰੇਟ ਕੀਤਾ ਹੈ, ਫਾਸਟ ਕੀਤਾ ਹੈ, ਉਹ ਹੈਗਾ ਗਾ ਗਲੋਬਲ ਵਾਰਮਿੰਗ। ਹੁਣ ਇਹ ਗਲੋਬਲ ਵਾਰਮਿੰਗ ਕੀ ਹੈ? ਆਈ ਹੋਪ ਦੇਖੋ ਟੌਪਿਕਸ ਇਹ ਤੁਹਾਨੂੰ ਥੋੜ੍ਹੇ ਬਹੁਤੇ ਕਲੀਅਰ ਨੇ ਕਿਉਂਕਿ ਆਪਾਂ ਇਹਨੂੰ ਡੇਲੀ ਲਾਈਫ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰਦੇ ਹਾਂ ਟਰਮਸ ਨੂੰ। Global warming is defined as the abnormal rise in the average temperature of Earth's atmosphere and ocean over the past century, primarily due to the greenhouse gases released as people burn fossil fuels. Global warming ਕੀ ਹੈ? Global warming ਇੱਕ abnormal rise ਹੈ। abnormal ਮਤਲਬ normal ਨਹੀਂ ਹੈ, ਠੀਕ ਹੈ। It is an abnormal rise in the average temperature of the Earth's atmosphere. Earth ਦਾ ਜਿਹੜਾ average temperature ਹੈ, average ਤਾਪਮਾਨ ਹੈ, ਤੇ ਓਸ਼ੀਅਨਸ ਦਾ ਜਿਹੜਾ ਐਵਰੇਜ ਤਾਪਮਾਨ ਹੈ ਉਹ ਨੋਰਮਲ ਤਰੀਕੇ ਨਾਲ ਵਧਣ ਦੀ ਬਜਾਏ ਬਿਲਕੁਲ ਇੱਕ ਬੇਤਰਤੀਬੇ ਤਰੀਕੇ ਨਾਲ ਵਧਿਆ ਗਾ ਪਿਛਲੇ ਕੁਛ ਸੈਂਚੁਰੀਜ਼ ਤੋਂ, ਠੀਕ ਹੈ, ਫਰੋਮ ਦਾ ਪਾਸਟ ਸੈਂਚੁਰੀ, ਠੀਕ ਹੈ। ਮਤਲਬ ਜਦੋਂ ਦੇ ਫੋਸਿਲ ਫਿਊਲਸ, ਜਦੋਂ ਦੀਆਂ ਗੱਡੀਆਂ, ਕਾਰਾਂ, ਮੋਟਰ, ਠੀਕ ਹੈ, ਮੋਟਰ ਬੇਸਡ ਜਿੰਨੇ ਵਹੀਕਲਸ ਬਣਨੇ ਸ਼ੁਰੂ ਹੋਏ ਨੇ, ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਵਿੱਚ ਕੀ ਹੋ ਰਿਹਾ ਹੈਗਾ, ਸਾਡੇ ਕੋਲ ਲੋਕ ਧੜਾਧੜ ਜਿਹੜੇ ਫੋਸਿਲ ਫਿਊਲਸ ਨੇ, ਓਇਲ, ਕੋਲ, ਪੈਟਰੋਲੀਅਮ, ਉਹ ਯੂਜ਼ ਕਰ ਰਹੇ ਹੈ, ਜਿਸ ਕਰਕੇ ਗ੍ਰੀਨ ਹਾਊਸ ਗੈਸਿਸ ਪ੍ਰੋਡਿਊਸ ਹੋ ਰਹੀਆਂ ਨੇ, ਜਿਵੇਂ ਕਾਰਬਨ ਡਾਈਆਕਸਾਈਡ ਹੋ ਗਈ, ਮਿਥੇਨ ਹੋ ਗਈ, ਕਾਰਬਨ ਮੋਨੋਕਸਾਈਡ ਹੋ ਗਈ। ਸੋ ਇਹ ਗੈਸਿਸ ਜਿਹੜੀਆਂ ਨੇ ਦੀਜ਼ ਆਰ ਕਾਲਡ ਗ੍ਰੀਨ ਹਾਊਸ ਗੈਸਿਸ। ਸੋ ਇਹਨਾਂ ਗੈਸਿਸ ਦੇ ਐਮਿਸ਼ਨਸ ਕਰਕੇ ਕੀ ਹੋ ਰਿਹਾ, ਸਾਡਾ ਟੈਂਪਰੇਚਰ ਜਿਹੜਾ ਹੈ ਉਹ ਬੇਤਰਤੀਬਾ ਕਿਸੇ ਆਰਡਰ ਦੇ ਵਿੱਚ ਨਹੀਂ, ਕੋਈ ਇਹਦਾ ਮਤਲਬ ਕੀ ਕਹਿ ਲਈਏ ਕਿ ਆਪਾਂ ਨੋਰਮਲ ਲਿਮਿਟਸ ਤੋਂ ਬਾਹਰ ਹੋ ਕੇ ਵੱਧ ਰਿਹਾ, ਐਂਡ ਇਸ ਟੈਂਪਰੇਚਰ ਨੂੰ ਵਧਣ ਨੂੰ ਕੀ ਕਹਿੰਦੇ ਹਾਂ ਅਸੀਂ, ਦੈਟ ਇਜ਼ ਕਾਲਡ ਗਲੋਬਲ ਵਾਰਮਿੰਗ, ਠੀਕ ਹੈ। ਸੋ ਗਲੋਬਲ ਵਾਰਮਿੰਗ ਦੇ ਵਿੱਚ ਜਿਹੜੀਆਂ ਸਾਡੀਆਂ ਇਹ ਰੇਜ਼ ਨੇ, ਜਿਹੜੀਆਂ ਗ੍ਰੀਨ ਹਾਊਸ ਗੈਸਿਸ ਨੇ, ਇਹਨਾਂ ਦਾ ਕੀ ਰੋਲ ਹੈ, ਇਹਨਾਂ ਦੇ ਬਾਰੇ ਅਸੀਂ ਕਿਉਂ ਗੱਲ ਕਰਦੇ ਹਾਂ। ਦੇਖੋ ਉੱਪਰ ਇੱਕ ਡਾਇਗਰਾਮ ਬਣੀ ਹੋਈ ਆ ਵਾਲੀ, ਠੀਕ ਹੈ। ਸੋ ਇਸ ਡਾਇਗਰਾਮ ਦੇ ਵਿੱਚ ਦੇਖੋ, ਜਦੋਂ ਜਿਹੜੀਆਂ ਸਾਡੇ ਕੋਲ ਗਲੋਬਲ ਵਾਰਮਿੰਗ ਦਾ ਕਨਸੈਪਟ ਬੇਸਿਕਲੀ ਇਸ ਡਾਇਗਰਾਮ ਦੇ ਵਿੱਚ ਦੱਸਿਆ ਹੋਇਆ, ਜਦੋਂ ਅਰਥ ਦੀਆਂ ਜਿਹੜੀਆਂ ਰੇਜ਼ ਨੇ ਉਹ ਕੀ ਆਉਂਦੀਆਂ ਨੇ ਆਪਣੇ ਕੋਲ, ਫਾਲ ਕਰ ਰਹੀਆਂ ਨੇ, ਸਰਫੇਸ ਦੇ ਉੱਤੇ ਆ ਰਹੀਆਂ ਨੇ। ਦੇਖੋ ਕੁਛ ਤਾਂ ਜਿਹੜੀਆਂ ਹੈਗੀਆਂ ਉਹ ਰੇਜ਼ ਦੁਆਰਾ ਅਬਜ਼ੋਰਬ ਹੋ ਜਾਂਦੀਆਂ ਨੇ, ਐਟਮੋਸਫੀਅਰ ਜਿਹੜਾ ਸਾਡਾ ਵਾਤਾਵਰਨ ਹੈ ਉਹੀ ਅਬਜ਼ੋਰਬ ਕਰ ਲੈਂਦਾ। ਕੁਛ ਜਿਹੜੀਆਂ ਹੈਗੀਆਂ ਨੇ ਬਾਹਰੋਂ ਹੀ ਰਿਫਲੈਕਟ ਹੋ ਜਾਂਦੀਆਂ ਨੇ, ਕੁਛ ਜਿਹੜੀਆਂ ਹੈਗੀਆਂ ਨੇ ਸਰਫੇਸ 'ਤੇ ਪਹੁੰਚਦੀਆਂ ਨੇ, ਠੀਕ ਹੈ। ਅਤੇ ਜਿਹੜੀਆਂ ਸਰਫੇਸ 'ਤੇ ਪਹੁੰਚਦੀਆਂ ਨੇ ਉਹਨਾਂ ਦੇ ਵਿੱਚੋਂ ਕੁਛ ਕੀ ਹੁੰਦੀਆਂ ਨੇ, ਉਹ ਸਾਡੇ ਕੋਲ ਕੀ ਹੈ, ਐਂਟਰ ਕਰਦੀਆਂ ਨੇ, ਐਂਡ ਜਿਹੜੀਆਂ ਕੁਛ ਹੁੰਦੀਆਂ ਨੇ ਉਹ ਕੀ ਕਰਦੀਆਂ ਨੇ, ਜਿਹੜੀਆਂ ਸਾਡੇ ਕੋਲ ਹੀਟ ਹੈਗੀ ਆ, ਜਿਹੜੀ ਅਰਥ ਦੇ ਵਿੱਚ ਜਿਹੜੀ ਇੱਥੇ ਹੀਟ ਬਣਦੀ ਹੈ ਸਰਫੇਸ ਦੇ ਉੱਪਰ, ਤਾਂ ਉਹ ਕੁਛ ਹੀਟ ਕੀ ਹੈ ਸਾਡੇ ਕੋਲ ਰੀਰੇਡੀਏਟਡ ਹੋ ਜਾਂਦੀ ਆ, ਸਪੇਸ ਦੇ ਵਿੱਚ ਵਾਪਸ ਚਲੀ ਜਾਂਦੀ ਹੈ, ਠੀਕ ਹੈ। ਇਹ ਫਿਨੋਮੀਨਾ ਹੈਗਾ। ਗ੍ਰੀਨ ਹਾਊਸ ਗੈਸ ਕੀ ਕਰਦੀ ਆ, ਅਗਰ ਇੱਥੇ ਗ੍ਰੀਨ ਹਾਊਸ ਗੈਸ ਦੀ ਮਾਤਰਾ ਵੱਧਦੀ ਹੈ ਤਾਂ ਹੋਏਗਾ ਕੀ, ਅਰਥ ਦੇ ਉੱਪਰ ਜਿਹੜੀਆਂ ਰੇਜ਼ ਆ ਰਹੀਆਂ ਨੇ, ਜਿਹੜੀਆਂ ਸਤ੍ਹਾ ਦੇ ਉੱਤੇ ਸਰਫੇਸ ਦੇ ਉੱਪਰ ਜਿਹੜੀਆਂ ਰੇਜ਼ ਪਹੁੰਚਦੀਆਂ ਨੇ ਉਹ ਤਾਂ ਉਸੇ ਤਰ੍ਹਾਂ ਹੀ ਪਹੁੰਚਣਗੀਆਂ, ਬਟ ਗ੍ਰੀਨ ਹਾਊਸ ਗੈਸ ਦੀ ਅਮਾਊਂਟ ਵਧਣ ਦੇ ਨਾਲ ਜਿਹੜੀਆਂ ਰੇਜ਼ ਨੇ ਵਾਪਸ ਹੋਣਾ ਸੀ ਉਹ ਵਾਪਸ ਨਹੀਂ ਹੁੰਦੀਆਂ, ਯਾਨੀ ਐਂਟਰ ਤਾਂ ਹੋ ਰਹੀਆਂ ਨੇ ਪਰ ਬਾਹਰ ਨਹੀਂ ਜਾ ਪਾ ਰਹੀਆਂ, ਜਿਸ ਕਰਕੇ ਕੀ ਹੋ ਰਿਹਾ, ਟੈਂਪਰੇਚਰ ਵੱਧ ਰਿਹਾ। ਸਿੰਪਲ ਜਿਹਾ ਕਨਸੈਪਟ ਦੇਖੋ, ਜਦੋਂ ਤੁਸੀਂ ਕੱਚ ਦੇ ਕਿਸੇ ਕਮਰੇ ਦੇ ਵਿੱਚ ਜਾਂ ਜਿਸ ਦੇ ਵਿੱਚ ਕੱਚ ਦੀਆਂ ਵਿੰਡੋਜ਼ ਲੱਗੀਆਂ ਹੋਈਆਂ ਨੇ, ਅਗਰ ਉੱਥੇ ਤੁਸੀਂ ਬੈਠਦੇ ਹੋ, ਕੋਈ ਏਅਰ ਕੰਡੀਸ਼ਨਿੰਗ ਨਹੀਂ, ਕੁਛ ਨਹੀਂ ਹੈ,
ਤਾਂ ਉੱਥੇ ਦਾ ਟੈਂਪਰੇਚਰ ਇੱਕ ਨਾਰਮਲ ਕਮਰੇ ਦੇ ਨਾਲੋਂ, ਜਿੱਥੇ ਤੁਸੀਂ ਗਲਾਸ ਵਿੰਡੋਜ਼ ਨਹੀਂ ਹੈਗੀਆਂ, ਤਾਂ ਉਸ ਨਾਲੋਂ ਥੋੜ੍ਹਾ ਜਿਹਾ ਟੈਂਪਰੇਚਰ ਉਸਦਾ ਜ਼ਿਆਦਾ ਹੋ ਜਾਏਗਾ। ਕਿਉਂਕਿ ਗਲਾਸ ਦੀ ਇੱਕ ਪ੍ਰੋਪਰਟੀ ਇਹ ਹੁੰਦੀ ਹੈ ਕਿ ਜਦੋਂ ਜਿਹੜੀਆਂ ਰੇਜ਼ ਨੇ ਉਹ ਅੰਦਰ ਟਰੈਪ ਜ਼ਰੂਰ ਹੋ ਜਾਂਦੀਆਂ ਨੇ, ਪਰ ਬਾਹਰ ਰਿਫਲੈਕਟ ਨਹੀਂ ਹੋ ਪਾਉਂਦੀਆਂ। ਠੀਕ ਹੈ, ਸੋ ਇਹ ਕੁਛ ਇੱਕ ਪ੍ਰੋਪਰਟੀ ਹੈ ਗਲਾਸ ਦੀ। ਸੋ ਇਹ ਆਪਣੇ ਕੋਲ ਗ੍ਰੀਨ ਹਾਊਸ ਗੈਸ ਦਾ ਇੱਥੇ ਇੱਕ ਰੋਲ ਆ ਜਾਂਦਾ ਵੀ ਗ੍ਰੀਨ ਹਾਊਸ ਗੈਸ ਕਿਉਂ, ਕੀ ਕਾਰਨ ਹੈ। ਅੱਛਾ, ਫਿਰ ਉਸ ਤੋਂ ਬਾਅਦ ਇਹਦੇ ਨਾਲ ਹੋਏਗਾ ਕੀ? ਦੇਖੋ ਜੀ, ਇਹਦੇ ਨਾਲ ਹੋਏਗਾ ਥੋੜ੍ਹਾ ਥੋੜ੍ਹਾ ਇੰਪੈਕਟ ਹੋਏਗਾ, ਬਟ ਇਕੱਠਾ ਹੋ ਕੇ ਬਹੁਤ ਜ਼ਿਆਦਾ ਇੰਪੈਕਟ ਬਣ ਜਾਏਗਾ। ਉਹ ਸਾਡੇ ਗਲੇਸ਼ੀਅਰਸ ਨੇ, ਜਿਹੜੇ ਬਰਫ਼ ਦੇ ਸਾਡੇ ਪਹਾੜ ਨੇ, ਉਹ ਮੈਲਟ ਹੋਣੇ ਸ਼ੁਰੂ ਹੋ ਜਾਣਗੇ, ਪਿਘਲਣੇ ਸ਼ੁਰੂ ਹੋ ਜਾਣਗੇ। ਜੇ ਉਹ ਪਿਘਲਣਗੇ ਤਾਂ ਸੀ ਦਾ ਲੈਵਲ ਵਧੇਗਾ। ਜਿਹੜੇ ਕਲਾਊਡ ਫੋਰੈਸਟ ਆਰ ਡਰਾਇੰਗ, ਜਿਹੜੇ ਸਾਡੇ ਕੋਲ ਫੋਰੈਸਟਸ ਨੇ, ਠੀਕ ਹੈ ਨਾ, ਉਹ ਸੁੱਕ ਰਹੇ ਨੇ। ਉਸ ਤੋਂ ਬਾਅਦ ਵਾਈਲਡ ਲਾਈਫ ਹੈ, ਉਹ ਅੰਡਰ ਅਟੈਕ ਹੋ ਰਹੀ ਹੈ। ਆ ਪਿੱਛੇ ਜੇ ਆਸਟ੍ਰੇਲੀਆ ਵਾਲਾ ਤੁਸੀਂ ਕੇਸ ਦੇਖਿਆ ਸੀ, ਜਿੱਥੇ ਫੋਰੈਸਟ ਫਾਇਰ ਨੇ ਕਿੰਨੇ ਹੀ ਜਾਨਵਰ, ਜਿਹੜੀਆਂ ਸਪੀਸ਼ੀਜ਼ ਸੀ, ਉਹਨਾਂ ਨੂੰ ਖਤਮ ਕਰ ਦਿੱਤਾ ਸੀ। ਉਹ ਇਸ ਤਰ੍ਹਾਂ ਨਹੀਂ ਹੁੰਦੀ ਫੋਰੈਸਟ ਫਾਇਰ ਕਿ ਕੋਈ ਜਾ ਕੇ ਉੱਥੇ ਤੀਲੀ ਨਾਲ ਅੱਗ ਲਗਾ ਕੇ ਆਏ। ਦੈਟ ਇਜ਼ ਨਾਟ ਦ ਕੇਸ, ਬਿਕੋਜ਼ ਉੱਥੇ ਡਰਾਈ ਇੰਨਾ ਹੋ ਜਾਂਦਾ ਐਟਮੋਸਫੀਅਰ ਜਾਂ ਸਰਾਊਂਡਿੰਗਸ ਇਨਵਾਇਰਮੈਂਟ ਇੰਨਾ ਜ਼ਿਆਦਾ ਡਰਾਈ ਹੋ ਜਾਂਦਾ ਕਿ ਈਵਨ ਜਿਹੜੇ ਪਲਾਂਟਸ, ਜਿਹੜੇ ਟਰੀਜ਼ ਹੁੰਦੇ ਨੇ, ਉਹਨਾਂ ਦੇ ਜਦੋਂ ਫ੍ਰਿਕਸ਼ਨ ਹੁੰਦੀ ਹੈ, ਜਿਹੜੀ ਈਵਨ ਉੱਥੋਂ ਦੀ ਜਿਹੜੀ ਕਿ ਫ੍ਰਿਕਸ਼ਨ ਹੈ, ਫ੍ਰਿਕਸ਼ਨ ਵੀ ਕੀ ਹੈ, ਸਪਾਰਕ ਪ੍ਰੋਡਿਊਸ ਕਰਦੀ ਹੈ। ਤਾਂ ਉਸ ਤਰ੍ਹਾਂ ਦੇ ਨਾਲ ਫਿਰ ਉਹ ਜੰਗਲ ਦੇ ਵਿੱਚ ਅੱਗ ਉੱਦਾਂ ਦੀ ਫੈਲ ਜਾਂਦੀ ਹੈ, ਕਿਉਂਕਿ ਡਰਾਈ ਇਨਵਾਇਰਮੈਂਟ ਹੈ। ਤਾਂ ਸੁੱਕੇ 'ਚ ਤਾਂ ਤੁਹਾਨੂੰ ਪਤਾ ਹੈ ਵੀ ਅੱਗ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਦੀ ਹੈ। ਠੀਕ ਹੈ, ਦੈਨ ਨੈਕਸਟ ਹੈ ਜਿਹੜਾ ਸਾਡੇ ਕੋਲ ਐਵਰੇਜ ਗਲੋਬਲ ਸਰਫੇਸ ਜਿਹੜਾ ਟੈਂਪਰੇਚਰ ਹੈ, ਪਿਛਲੇ ਲਾਸਟ ਸੈਂਚਰੀ ਦੇ ਵਿੱਚ 0.6 ਡਿਗਰੀ ਟੂ 0.9 ਡਿਗਰੀ ਲਾਸਟ ਸੈਂਚਰੀ ਦੇ ਵਿੱਚ ਵਧਿਆ, ਐਂਡ ਦਾ ਰੇਟ ਆਫ ਟੈਂਪਰੇਚਰ ਇਨਕਰੀਜ਼ ਹੈਵ ਆਲਮੋਸਟ ਡਬਲ ਇਨ ਦਾ ਪ੍ਰੀਵੀਅਸ 50 years। ਬਟ ਇਹ 50 ਸਾਲਾਂ ਦੇ ਵਿੱਚ ਡਬਲ ਹੋ ਚੁੱਕਿਆ। ਸੋ ਗਲੋਬਲ ਵਾਰਮਿੰਗ ਵਿਲ ਹੈਵ ਕੈਟਾਸਟ੍ਰੋਫਿਕ outcomes such as escalating the increase sea level, droughts, floods, storms, heat waves। ਦੇਖੋ, ਆਪਾਂ ਸਾਰੇ ਨਾ ਇਸ ਚੀਜ਼ ਬਾਰੇ ਜਾਣੂ ਆ। ਆਪਾਂ ਨੂੰ ਪਤਾ ਹੈ ਕਿ ਆਪਣੇ ਅਰਥ ਦੇ ਉੱਪਰ ਨਾ ਕਿੰਨੇ ਤਰ੍ਹਾਂ ਦੇ ਇੰਸੀਡੈਂਟਸ ਇੱਦਾਂ ਦੇ ਹੋ ਚੁੱਕੇ ਨੇ। ਯੂ ਜਸਟ ਨੇਮ ਇਟ। ਅਗਰ ਇੰਡੀਆ ਦੀ ਗੱਲ ਕਰੀਏ ਤਾਂ 2013 ਦੇ ਵਿੱਚ ਜਿਹੜਾ ਤੁਹਾਡਾ ਰਿਸ਼ੀਕੇਸ਼ ਦੇ ਵਿੱਚ ਇੱਧਰ ਹੇਮਕੁੰਟ ਸਾਹਿਬ, ਆਈ ਥਿੰਕ, ਜਿਹੜਾ ਕਲਾਊਡ ਬਸਟ ਹੋਇਆ ਹੈਗਾ, ਠੀਕ ਹੈ, ਬੱਦਲ ਫਟਿਆ, ਜਾਂ ਜਿਹੜੇ ਤੁਹਾਡੇ ਬਾਰਿਸ਼ ਜ਼ਿਆਦਾ ਹੋਈ ਹੈਗੀ, ਉਸ ਕਰਕੇ ਕਿੰਨਾ ਨੁਕਸਾਨ ਹੋਇਆ, ਠੀਕ ਹੈ, ਉਹ ਕੇਸ ਲੈ ਸਕਦੇ ਹੋ। ਉਸ ਤੋਂ ਬਾਅਦ ਹਰ ਸਾਲ ਕੋਈ ਨਾ ਕੋਈ ਕਿਤੇ ਨਾ ਕਿਤੇ ਸੁਨਾਮੀ ਜਾਂ ਕੋਈ ਇੱਦਾਂ ਦੀ ਕੋਈ ਹਰੀਕੇਨਸ, ਕੋਈ ਟਾਈਫੂਨ, ਠੀਕ ਹੈ, ਇੱਦਾਂ ਦੇ ਕੋਈ ਬਵੰਡਰ, ਕੋਈ ਸਾਈਕਲੋਨ, ਇੱਦਾਂ ਦੀ ਕੁਛ ਨਾ ਕੁਛ ਆਉਂਦਾ ਹੀ ਰਹਿੰਦਾ ਨਿਊਜ਼ ਦੇ ਵਿੱਚ। ਸੋ ਦੈਟ ਇਜ਼ ਨਥਿੰਗ ਬਟ ਡਿਊ ਟੂ ਦਿਸ ਗਲੋਬਲ ਵਾਰਮਿੰਗ। ਠੀਕ ਹੈ, these will disrupt the food production and threaten the vitally important species, habitats and ecosystem। ਦੇਖੋ, ਨੈਚੁਰਲੀ ਜੀ ਗੱਲ ਹੈ, ਅਗਰ ਇੰਨਾ ਇੰਸੀਡੈਂਟ ਹੋਏਗਾ, ਆਪਾਂ ਤਾਂ ਆਪਣੇ ਆਪ ਨੂੰ ਘਰਾਂ 'ਚ ਬਚਾਉਂਦੇ ਹਾਂ ਜਾਂ ਆਪਾਂ ਸੇਵ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਟ ਜਿਹੜੀ ਵਾਈਲਡ ਲਾਈਫ ਹੈ ਜਾਂ ਕ੍ਰੌਪ ਹੈ, ਪ੍ਰੋਡਕਸ਼ਨ ਹੈ, ਆਹ ਹੁਣ ਦੇਖੋ ਤੁਸੀਂ, ਜਿੱਦਾਂ ਦੀ ਫਸਲਾਂ ਹੁੰਦੀਆਂ ਨੇ, ਫਸਲਾਂ ਅਗਰ ਬਿਨਾਂ ਟਾਈਮ ਤੋਂ ਜਾਂ ਬਿਨਾਂ ਪੈਟਰਨ ਤੋਂ ਮੀਂਹ ਪੈ ਜਾਏ ਤਾਂ ਫਸਲ ਸਾਰੀ ਖਰਾਬ ਹੋ ਜਾਂਦੀ ਹੈ। ਦੈਟ ਮੀਨਸ ਕ੍ਰੌਪ ਪ੍ਰੋਡਕਸ਼ਨ ਦੇ ਉੱਪਰ ਵੀ ਇਫੈਕਟ ਪੈਂਦਾ ਇਸ ਚੀਜ਼ ਦਾ। ਠੀਕ ਹੈ, ਸਪੀਸ਼ੀਜ਼ ਜਿਹੜੀਆਂ ਜਾਨਵਰਾਂ ਦੀਆਂ ਸਪੀਸ਼ੀਜ਼ ਨੇ ਜਾਂ ਜਨਜੀਵਨ ਹੈ ਜਿਹੜਾ, ਠੀਕ ਹੈ, ਸਾਰਾ ਉਹ ਪ੍ਰਭਾਵਿਤ ਹੁੰਦਾ। ਉਹਨਾਂ ਦੀ ਰਹਿਣ ਬਸੇਰਾ ਜਿਹੜਾ ਹੈ ਉਹ ਵੀ ਪ੍ਰਭਾਵਿਤ ਹੁੰਦਾ। ਠੀਕ ਹੈ, ਸੋ ਇਹ ਗਲੋਬਲ ਵਾਰਮਿੰਗ ਦਾ ਬਹੁਤ ਮਾੜਾ ਇੰਪੈਕਟ ਹੈ। ਉਸ ਤੋਂ ਬਾਅਦ ਗ੍ਰੀਨ ਹਾਊਸ ਇਫੈਕਟ ਕੀ ਚੀਜ਼ ਹੈ? ਦੇਖੋ, ਵਾਰਮਿੰਗ ਆਫ ਦਾ ਅਰਥ ਐਟਮੋਸਫੀਅਰ ਬਿਕੋਜ਼ ਆਫ ਦਾ ਟਰੈਪਡ ਹੀਟ ਡਿਊ ਟੂ ਦਾ ਸਰਟਨ ਗੈਸਿਸ ਇਜ਼ ਡਿਫਾਈਨਡ ਐਜ਼ ਦਾ ਗ੍ਰੀਨ ਹਾਊਸ ਇਫੈਕਟ। ਉਹੀ ਮੈਂ ਤੁਹਾਨੂੰ ਦੱਸਿਆ ਕਿ ਅਰਥ ਦੇ ਐਟਮੋਸਫੀਅਰ ਦਾ ਗਰਮ ਹੋਣਾ, ਕਿਉਂਕਿ ਉਸ ਦੇ ਵਿੱਚ ਜਿਹੜੀ ਹੀਟ ਹੈ ਉਹ ਲੌਕ ਹੋ ਚੁੱਕੀ ਹੈ ਕੁਛ ਸਰਟਨ ਗੈਸਿਸ ਕਰਕੇ, that thing is called greenhouse effect। greenhouse effect ਅਰਥ ਦੇ ਐਟਮੋਸਫੀਅਰ ਦਾ ਗਰਮ ਹੋਣਾ, ਜਿਸ ਦਾ ਸਭ ਤੋਂ ਮੇਨ ਕਾਰਨ ਕੀ ਹੈ ਕਿ ਹੀਟ ਦਾ ਲੌਕ ਹੋਣਾ। ਉਹ ਹੀਟ ਲੌਕ ਕਿਉਂ ਹੁੰਦੀ ਹੈ? ਉਹ ਹੀਟ ਲੌਕ ਹੁੰਦੀ ਹੈ ਕਿਉਂਕਿ ਕੁਝ ਗੈਸਿਸ ਉਸ ਨੂੰ ਲੌਕ ਕਰਨ ਦੇ ਵਿੱਚ ਹੈਲਪ ਕਰਦੀ ਹੈ। So when sunlight comes to earth, it is absorbed and then emitted back into atmosphere as heat। Greenhouse gases trap some of this heat in earth's atmosphere and the remaining escape into the space। Due to the increase of greenhouse gases, more heat gets trapped। ਜਿੰਨੀ ਜ਼ਿਆਦਾ ਗ੍ਰੀਨ ਹਾਊਸ ਗੈਸਿਸ ਵਧਣਗੀਆਂ, ਉਨੀ ਜ਼ਿਆਦਾ ਅਰਥ ਦੇ ਵਿੱਚ ਹੀਟ ਨੂੰ ਲੌਕ ਕਰਨ ਦੀ ਕੈਪੈਸਿਟੀ ਵਧੇਗੀ ਅਤੇ ਓਨਾ ਹੀ ਟੈਂਪਰੇਚਰ ਵੀ ਵਧੇਗਾ। ਜਿੰਨਾ ਟੈਂਪਰੇਚਰ ਵਧੇਗਾ, ਉਨੇ ਤੁਹਾਡੇ ਜਿਹੜੇ ਬਰਫ਼ ਦੇ ਜਿਹੜੇ ਆਪਾਂ ਜਿਹਨਾਂ ਨੂੰ ਗਲੇਸ਼ੀਅਰਸ ਕਹਿੰਦੇ ਹਾਂ, ਜਾਂ ਬਰਫ਼ ਦੇ ਬੇਸਿਕਲੀ ਆਈ ਥਿੰਕ ਦੈਟ ਇਜ਼ ਕਾਲਡ ਬਰਫ਼ ਦੇ ਤੋਦੇ ਕਹਿੰਦੇ ਆ ਉਹਨਾਂ ਨੂੰ। ਠੀਕ ਹੈ, ਸੋ ਉਹ ਚੀਜ਼ਾਂ ਮੈਲਟ ਹੋਣਗੀਆਂ, ਮੈਲਟ ਹੋ ਕੇ ਸਮੁੰਦਰ ਦੇ ਜਿਹੜਾ ਪਾਣੀ ਹੈ ਉਹਦਾ ਲੈਵਲ ਵਧੇਗਾ। ਵਧਣ ਦੇ ਕਰਕੇ ਉਦੋਂ ਬਾਅਦ ਕੀ ਆ, ਫਲੱਡਸ, ਡਰੌਟ, ਸੋਕਾ,
ठीक है, या बाड़, ये सारिया चीज़ां आउणगीਆਂ। ठीक हो गया। सो ये है तुहाडे कोल ग्रीन हाउस गैस का इफैक्ट, क्यों ग्रीन हाउस गैस इफैक्ट इत्थे माड़ा प्रभाव पाउंदा है। ठीक हो गया। सो आ सारी एग्जाम्पल उसी दी दित्ती हुई है। नैक्सट है कॉजेज ऑफ ग्लोबल वार्मिंग। ग्लोबल वार्मिंग दे विच की है, देखो इंटरनेशनल पैनल ऑन क्लाइमेट चेंज। हाँ जी, प्लीज़ एवरीवन नोट द फुल फॉर्म ऑफ दिस IPCC। इंपॉर्टेंट है, फुल फॉर्म्स नोट कर लिया करो, आ जांदियां पेपर दे विच। सो IPCC, दैन IPCC इंटरनेशनल पैनल ऑन क्लाइमेट चेंजेस दे विच कुछ साइंटिस्ट सीगे। हाँ जी, हाँ जी नरमीन, ठीक 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 रहे। हाँ जी, सो IPCC ਦੇ ਵਿੱਚ ਜਿੰਨੇ ਵੀ ਸਾਇੰਟਿਸਟ ਸੀਗੇ ਉਹਨਾਂ ਦਾ ਇੱਕ ਗਰੁੱਪ ਬਣਿਆ, ਉਹਦੇ ਵਿੱਚੋਂ ਉਹਨਾਂ ਨੇ ਕੀ ਕੀਤਾ, ਟੂ ਬ੍ਰਿੰਗ ਆਲ ਦਾ ਇਨਫੋਰਮੇਸ਼ਨ ਟੂਗੈਦਰ ਬਾय द ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ। WMO ਵੀ ਨੋਟ ਕਰ ਲਿਓ ਜੀ, ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ, ਮੀਟੀਓਰੋਲੋਜੀਕਲ। ਠੀਕ ਹੈ, ਮੀਟੀਓਰਸ ਤਾਂ ਤੁਹਾਨੂੰ ਪਤਾ ਹੀ ਹੈ ਨਾ, ਮੀਟੀਓਰਸ ਇੱਕ ਤਰ੍ਹਾਂ ਦੇ ਕਾਫੀ ਵੱਡੇ ਵੱਡੇ ਪੱਥਰ ਹੁੰਦੇ ਨੇ, ਠੀਕ ਹੈ, ਜਿਹੜੇ ਸਪੇਸ 'ਚ ਘੁੰਮਦੇ ਰਹਿੰਦੇ ਨੇ। by World Meteorological Organization and the United Nations Environment Program UNEP भी नोट कर लो। IPCC evaluates the scientific, technical and socio-economic information related for understanding of the threat of human-induced climate change। IPCC ਦਾ ਕੀ ਕੰਮ ਹੈ? IPCC ਦਾ ਕੰਮ ਹੈ ਕਿ ਇਸ ਚੀਜ਼ ਨੂੰ ਇਵੈਲੂਏਟ ਕਰਨਾ, ਇਸ ਚੀਜ਼ ਨੂੰ ਸਮਝਣਾ ਕਿ ਜਿਹੜੇ ਹਿਊਮਨ ਦੁਆਰਾ हाँ जी हेलो हाँ जी नरमीन, कोई डाउट? ठीक। ਸੋ IPCC ਦਾ ਕੰਮ ਹੈ ਕਿ ਜਿਹੜੇ ਹਿਊਮਨਸ ਦੁਆਰਾ ਕੋਈ ਕਲਾਈਮੇਟ ਚੇਂਜ ਦੇ ਰਿਲੇਟਡ ਕੋਈ ਥ੍ਰੈਟ ਇੰਟਰੋਡਿਊਸ ਹੋ ਰਿਹਾ ਹੈ, ਮੰਨ ਲਓ ਅਗਰ ਹਿਊਮਨਸ ਦੀਆਂ ਕੁਛ ਐਕਟੀਵਿਟੀਜ਼ ਆ ਰਹੀਆਂ ਨੇ ਜਿਹੜੀਆਂ ਕਿ ਥ੍ਰੈਟ ਇੰਟਰੋਡਿਊਸ ਕਰ ਰਹੀਆਂ ਨੇ, ਤਾਂ ਉਹਨਾਂ ਚੀਜ਼ਾਂ ਨੂੰ ਸਮਕਲ ਸੋਸ਼ੋ ਇਕੋਨਮਿਕ ਹੁੰਦੇ ਆ, ਜਿਸ 'ਚ ਲੋਕਾਂ ਦਾ ਅਤੇ ਇਕੋਨਮੀ ਦਾ ਦੋਨਾਂ ਦਾ ਮਿਕਸ ਹੋਵੇ, ਇੱਕ ਇਫੈਕਟ ਹੋਵੇ ਕ੍ਰੀਏਟ, ਹੈ ਨਾ, ਉਸ ਚੀਜ਼ ਨੂੰ ਸਮਝਣਾ। ਸੋ ਵਨ ਆਫ ਦਾ ਮੋਸਟ ਅੰਡਰਸਟੂਡ ਰੀਜ਼ਨ ਕੀ ਹੈ ਗ੍ਰੀਨ ਹਾਊਸ ਗੈਸਿਸ ਦਾ? Carbon dioxide, methane, nitrous oxide, ozone, which is responsible for global warming and released by the human in the various activities। ठीक है। सो ਸਭ ਤੋਂ ਵੱਡਾ ਕੰਸਰਨ ਕੀ ਹੈ ਕਿ ਜਿਹੜੇ ਹਿਊਮਨ ਦੀਆਂ ਐਕਟੀਵਿਟੀਜ਼ ਨੇ ਉਹ ਇਹਨਾਂ ਗੈਸਿਸ ਨੂੰ ਰਿਲੀਜ਼ ਕਰ ਰਹੀਆਂ ਨੇ। ਹੁਣ ਇੱਥੇ ਆਪਾਂ ਨੂੰ ਸਮਝ ਆਉਂਦਾ ਹੈ ਵੀ ਸਰ, ਜਾਂ ਤੁਹਾਡਾ ਕੁਐਸਚਨ ਇਹ ਹੋ ਸਕਦਾ ਦੈਟ ਓਜ਼ੋਨ ਇਜ਼ we talk about ozone in a good manner। ਅਸੀਂ ਇੱਕ ਚੰਗੇ ਐਗਜ਼ਾਮਪਲ ਦੇ ਤੌਰ 'ਤੇ ਓਜ਼ੋਨ ਨੂੰ ਪੜ੍ਹਦੇ ਹਾਂ ਕਿ ਓਜ਼ੋਨ ਲੇਅਰ ਚੰਗੀ ਹੈ, ਓਜ਼ੋਨ ਲੇਅਰ ਇੱਦਾਂ। ਦੇਖੋ ਓਜ਼ੋਨ ਲੇਅਰ ਚੰਗੀ ਹੈ, ਠੀਕ ਹੈ, ਨੋ ਡਾਊਟ, ਬਟ ਦਿਸ ਓਜ਼ੋਨ ਕੈਮੀਕਲ ਇਜ਼ ਹਾਰਮਫੁਲ। ਠੀਕ ਹੈ, ਇਹ ਗ੍ਰੀਨ ਹਾਊਸ ਗੈਸ ਐਮਿਸ਼ਨ ਦਾ ਕਾਰਨ ਬਣਦਾ। ਠੀਕ ਹੋ ਗਿਆ। ਸੋ ਆਪਾਂ ਓਜ਼ੋਨ ਲੇਅਰ ਦੇ ਵਿੱਚ ਦੇਖਾਂਗੇ ਇਸ ਦਾ ਕੀ ਰੋਲ ਹੈ। Then greenhouse gases are those gases which can absorb and emit the infrared radiation। ਇਹ ਸਾਨੂੰ ਪਤਾ ਵੀ ਉਹ absorb ਕਰ ਸਕਦੇ ਆ ਤੇ emit ਵੀ ਕਰ ਸਕਦੇ ਆ। The gas which is most responsible for the warming is carbon dioxide। ਜਿਹੜੀ ਸਭ ਤੋਂ ਖਤਰਨਾਕ ਗੈਸ ਹੈ ਜਾਂ ਸਭ ਤੋਂ ਜੋ ਇਫੈਕਟ ਜ਼ਿਆਦਾ ਪਾਉਂਦੀ ਹੈ ਉਹ ਕਿਹੜੀ ਹੈ? ਉਹ ਹੈ ਤੁਹਾਡੀ ਕਾਰਬਨ ਡਾਈਆਕਸਾਈਡ। ਠੀਕ ਹੈ। ਸੋ ਇਹ ਆਈ ਹੋਪ ਐਵਰੀਥਿੰਗ ਇਜ਼ ਕਲੀਅਰ ਅਬਾਊਟ ਦਿਸ। ਸੋ ਇੰਨਾ ਆਪਾਂ ਨੂੰ ਇਹ ਕਲੀਅਰ ਹੋ ਗਿਆ ਇਸ ਚੀਜ਼ ਬਾਰੇ। ਪਲੀਜ਼ ਫੁੱਲ ਫਾਰਮਸ ਨੂੰ ਧਿਆਨ ਨਾਲ ਨੋਟ ਕਰ ਲਿਓ, ਦੇ ਆਰ ਇੰਪੋਰਟੈਂਟ। ਸੋ ਨੈਕਸਟ ਕੀ ਹੈ? ਬਟ ਮੀਥੇਨ, ਨਾਈਟਰੋਸ ਆਕਸਾਈਡ ਐਂਡ ਓਜ਼ੋਨ ਆਰ ਮਚ ਹਾਇਰ ਐਜ਼ ਕੰਪੇਅਰ ਟੂ ਕਾਰਬਨ ਡਾਈਆਕਸਾਈਡ, ਬਟ ਕੰਸਨਟ੍ਰੇਸ਼ਨ ਆਫ ਕਾਰਬਨ ਡਾਈਆਕਸਾਈਡ ਇਜ਼ ਹਾਈਐਸਟ। ਠੀਕ ਹੈ ਨਾ। ਸੋ ਅਗਰ ਗੱਲ ਕਰੀਏ ਕਿ ਹੀਟ ਅਬਜ਼ੋਰਪਸ਼ਨ ਪਾਵਰ ਜਿਹੜੀ ਮੀਥੇਨ ਦੀ ਹੈ ਅਤੇ ਨਾਈਟਰਸ ਆਕਸਾਈਡ ਦੀ ਹੈ ਅਤੇ ਓਜ਼ੋਨ ਦੀ ਹੈ ਉਹ ਹਾਇਰ ਹੈ, ਉਹ ਹੀਟ ਹੋਰ ਵੀ ਜ਼ਿਆਦਾ ਅਬਜ਼ਰਵ ਕਰਦੇ ਨੇ, ਪਰ ਕੁਆਂਟਿਟੀ ਕਿਹਦੀ ਹੈ? ਕਾਰਬਨ ਡਾਈਆਕਸਾਈਡ ਦੀ ਜ਼ਿਆਦਾ ਨਿਕਲ ਕੇ ਆਉਂਦੀ ਹੈ, ਹੈ ਨਾ। ਜਿਹੜੀਆਂ ਤੁਹਾਡੀਆਂ ਗੱਡੀਆਂ ਦਾ ਧੂੰਆਂ ਉਹ 'ਚ ਵੀ ਕਾਰਬਨ ਡਾਈਆਕਸਾਈਡ। ਸੋ ਲਾਈਕ ਵਾਈਜ਼। ਠੀਕ ਹੈ। ਅੱਛਾ, ਸਾਨੂੰ ਕਿਵੇਂ ਪਤਾ ਲੱਗਦਾ ਜੀ ਕਿ ਗਲੋਬਲ ਵਾਰਮਿੰਗ ਦਾ ਕੀ ਇਫੈਕਟ ਹੋ ਰਿਹਾ? ਦੇਖੋ ਗਲੇਸ਼ੀਅਰਸ ਸੀਗੇ, ਠੀਕ ਹੈ, ਜਿਹੜੀ ਸਨੋ ਕਵਰ ਹੈ ਉਹ ਘੱਟ ਰਹੀ ਹੈ। ਉਸ ਤੋਂ ਬਾਅਦ ਟਰੀ ਲਾਈਨਸ ਜਿਹੜੀਆਂ ਨੇ ਸ਼ਿਫਟ ਕਰ ਰਹੀਆਂ ਨੇ। ਦੈਨ
ਸਪਰਿੰਗ ਜਲਦੀ ਆ ਰਿਹਾ। ਸਪਰਿੰਗ ਦਾ ਮਤਲਬ ਹੁੰਦਾ ਤੁਹਾਡੇ ਕੋਲ ਜਿਹੜਾ ਅਲੱਗ-ਅਲੱਗ ਤਰ੍ਹਾਂ ਦੇ ਮੌਸਮਸ ਹੁੰਦੇ ਨੇ, ਹੈ ਨਾ। ਸਪਰਿੰਗ ਹੋ ਗਿਆ, ਆਟਮ ਹੋ ਗਿਆ। ਦੈਨ ਸਪੀਸ਼ੀਜ਼ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮਾਈਗ੍ਰੇਟ ਕਰ ਰਹੇ ਨੇ। ਦੈਨ ਸੀ ਆਈਸ ਜਿਹੜੀ ਹੈਗੀ ਆ, ਤੁਸੀਂ ਦੇਖ ਰਹੇ ਹੋ ਨਾ, ਆ ਬਰਫ਼ ਦੀਆਂ ਸ਼ੀਟਸ ਟੁੱਟ ਜਾਂਦੀਆਂ ਨੇ, ਠੀਕ ਹੈ। ਓਸ਼ੀਅਨ ਦਾ ਜਿਹੜਾ ਹੀਟ ਕੰਟੈਂਟ ਹੈ, ਟੈਂਪਰੇਚਰ, ਹਿਊਮਿਡਿਟੀ, ਏਅਰ ਟੈਂਪਰੇਚਰ, ਸੀ ਸਰਫੇਸ ਦਾ ਟੈਂਪਰੇਚਰ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਫ਼ਰਕ ਮਹਿਸੂਸ ਕਰਦੇ ਹਾਂ ਅਸੀਂ, ਠੀਕ ਹੈ। ਤੇ ਫ਼ਰਕ ਨਾਰਮਲ ਨਹੀਂ, ਇਸ ਕਰਕੇ green house gas is very much responsible for the abnormal increase, ठीक है। I hope this is clear to everyone. Okay, so ਇਸ ਤੋਂ ਬਾਅਦ ਇਸ ਦੇ ਲਾਸਟ ਜੋ ਹੈ ਉਹ ਇੰਪੈਕਟਸ ਦੇਖਾਂਗੇ ਆਪਾਂ, ਠੀਕ ਹੈ। ਸੋ ਇਹਨੂੰ ਜਲਦੀ ਵਾਈਂਡ ਅਪ ਕਰਦੇ ਹਾਂ ਜੀ। Most warming comes from the combustion of fossil fuels in cars, factories, electricity production. Thus, the gas responsible for the most warming is carbon dioxide, also called CO2. ਦੇਖੋ ਉਹੀ ਗੱਲ ਮੈਂ ਕੀਤੀ ਹੈ ਕਿ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਕਾਰਬਨ ਡਾਈਆਕਸਾਈਡ ਦੀ ਕੰਸਨਟ੍ਰੇਸ਼ਨ ਨਿਕਲ ਕੇ ਆਉਂਦੀ ਹੈ, ਅਤੇ ਉਹ ਅਸੀਂ ਗੱਡੀਆਂ ਦੇ ਵਿੱਚ ਜਿਹੜਾ ਫਿਊਲ ਬਰਨ ਹੁੰਦਾ ਹੈ, ਉਸਦਾ ਜਿਹੜਾ ਫਿਊਲ ਬਰਨ ਹੋ ਕੇ ਜਿਹੜਾ ਰਹਿੰਦ ਖੂੰਹਦ ਰਹਿ ਜਾਂਦੀ ਹੈ, ਜਿਹੜੀ ਬਚਦੀ ਹੈ, ਠੀਕ ਹੈ, ਧੂੰਆਂ ਜਿਸ ਨੂੰ ਕਹਿੰਦੇ ਆ, ਉਸ ਦੇ ਵਿੱਚੋਂ ਜਿਹੜਾ ਨਿਕਲਦਾ ਕਾਰਬਨ ਡਾਈਆਕਸਾਈਡ। ਫੈਕਟਰੀਜ਼ 'ਚੋਂ ਨਿਕਲਦਾ, ਬਿਜਲੀ ਦੀ ਪ੍ਰੋਡਕਸ਼ਨ ਕਰਨ ਲੱਗੇ ਨਿਕਲਦਾ ਹੈ ਕਾਰਬਨ ਡਾਈਆਕਸਾਈਡ। ਸੋ ਹੋਰ ਕੰਟਰੀਬਿਊਟਰਸ ਕੀ ਨੇ, ਜਿਵੇਂ ਮੀਥੇਨ ਗੈਸ ਨਿਕਲਦੀ ਹੈ ਕਿੱਥੋਂ, ਲੈਂਡਫਿਲਸ ਤੇ ਐਗਰੀਕਲਚਰਸ ਤੋਂ। ਜਿਹੜਾ ਕੂੜਾ ਕਰਕਟ ਹੁੰਦਾ ਨਾ, ਜਿਵੇਂ ਆਪਣੇ ਵੈਜੀਟੇਬਲਸ ਦਾ ਵੇਸਟ, ਜਦੋਂ ਉਸਨੂੰ ਮਿੱਟੀ ਦੇ ਵਿੱਚ ਦੱਬਿਆ ਜਾਂਦਾ ਤਾਂ ਉੱਥੋਂ ਵੀ ਕੁਝ ਗੈਸਿਸ ਪ੍ਰੋਡਿਊਸ ਹੁੰਦੀਆਂ ਨੇ, ਠੀਕ ਹੈ। ਲੈਂਡਫਿਲਸ ਉਹਨਾਂ ਨੂੰ ਕਹਿੰਦੇ ਆ। ਅਤੇ ਐਗਰੀਕਲਚਰ ਜਿਹੜਾ ਵੇਸਟ ਹੈ ਉਸ ਤੋਂ ਵੀ ਹੁੰਦੀਆਂ। ਫਰਟੀਲਾਈਜ਼ਰਸ ਤੋਂ ਨਾਈਟ੍ਰੋਸ ਆਕਸਾਈਡ ਜਨਰੇਟ ਹੁੰਦੀ ਹੈ, ਕਿਉਂਕਿ ਫਰਟੀਲਾਈਜ਼ਰਸ ਤਿੰਨ ਚੀਜ਼ਾਂ ਦਾ ਮੇਨਲੀ ਬਣਿਆ ਹੁੰਦਾ, ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ, NPK ਜਿਸ ਨੂੰ ਆਪਾਂ ਕਹਿੰਦੇ ਹਾਂ। ਤਾਂ ਉਸ ਤੋਂ ਨਾਈਟ੍ਰੋਜਨ ਰਿਲੀਜ਼, ਨਾਈਟ੍ਰੋਸ ਅਤੇ ਆਕਸਾਈਡ ਰਿਲੀਜ਼ ਹੁੰਦੇ ਆ। ਦੈਨ ਗੈਸ ਯੂਜ਼ਡ ਫॉर ਰੈਫਰੀਜਰੇਸ਼ਨ, ਰੈਫਰੀਜਰੇਸ਼ਨ ਦੇ ਲਈ ਜਿਹੜੀਆਂ ਗੈਸਿਸ ਹੁੰਦੀਆਂ ਉਹ ਵੀ ਆਪਾਂ ਇੱਥੇ ਦੇਖਦੇ ਹਾਂ, ਠੀਕ ਹੈ। ਐਂਡ ਇੰਡਸਟਰੀਅਲ ਪ੍ਰੋਸੈਸਿਸ ਐਂਡ ਦ ਲੋਸ ਆਫ ਫੋਰੈਸਟ ਦੈਟ ਵੁੱਡ ਅਦਰਵਾਈਜ਼ ਸਟੋਰ ਦਾ ਕਾਰਬਨ ਡਾਈਆਕਸਾਈਡ, ਠੀਕ ਹੈ। ਅਤੇ ਇਸ ਦੇ ਨਾਲ ਦਿੱਕਤ ਕੀ ਆਉਂਦੀ ਹੈ, ਦੇਖੋ ਜਿਹੜੇ ਜੰਗਲ ਨੇ ਨਾਲ ਦੀ ਨਾਲ ਪੈਰਲਲੀ ਹੋ ਕੀ ਰਿਹਾ ਹੈ ਨਾ, ਜੰਗਲ ਵੀ ਕੱਟੇ ਜਾ ਰਹੇ ਨੇ। ਅਗਰ ਜੰਗਲ ਕੱਟੇ ਜਾ ਰਹੇ ਨੇ, ਦੈਟ ਮੀਨਸ ਜਿਹੜੇ ਕਾਰਬਨ ਡਾਈਆਕਸਾਈਡ ਉਹ ਸਟੋਰ ਕਰ ਸਕਦੇ ਸੀ ਉਹ ਵੀ ਸਟੋਰ ਨਹੀਂ ਹੋ ਰਹੀ। ਦੈਟ ਮੀਨਸ ਸਭ ਕੁਛ ਹੀ ਐਟਮੋਸਫੇਅਰ 'ਚ ਜਾ ਰਿਹਾ ਹੈਗਾ। ਸੋ ਸਾਰਾ ਕੁਛ ਐਟਮੋਸਫੇਅਰ 'ਚ ਜਾ ਰਿਹਾ ਤਾਂ ਗ੍ਰੀਨ ਹਾਊਸ ਗੈਸਿਸ ਵੱਧ ਰਹੀਆਂ ਨੇ, ਗ੍ਰੀਨ ਹਾਊਸ ਗੈਸਿਸ ਵੱਧ ਰਹੀਆਂ ਨੇ, ਗਲੇਸ਼ੀਅਰਸ ਪਿਘਲ ਰਹੇ ਨੇ, ਗਲੇਸ਼ੀਅਰਸ ਪਿਘਲਦੇ ਆ, ਸੀ ਲੈਵਲ ਰਾਈਜ਼ ਹੁੰਦਾ ਹੈ। ਸੀ ਲੈਵਲ ਰਾਈਜ਼ ਹੁੰਦਾ ਹੈ ਤਾਂ ਫਲੱਡਸ, ਡਰੌਟਸ, ਠੀਕ ਹੈ, ਸਾਈਕਲੋਨ, ਇਹ ਸਾਰੀਆਂ ਪ੍ਰੋਬਲਮਸ ਅਕਰ ਹੁੰਦੀਆਂ ਨੇ। ਸੋ ਇਹ ਸਾਰੀ ਇੱਕ ਚੇਨ ਬਣ ਜਾਂਦੀ ਹੈ। ਸੋ ਦੈਟ ਇਜ਼ ਵਾਈ ਗਲੋਬਲ ਵਾਰਮਿੰਗ ਇਜ਼ ਵੈਰੀ ਹਾਰਮਫੁਲ। ਸੋ ਆਈ ਹੋਪ ਦਿਸ ਟੋਪਿਕ ਇਜ਼ ਕਲੀਅਰ ਟੂ ਯੂ। ਸੋ ਵਨਸ ਐਂਡ ਆਲ, ਅਗਰ ਕਿਸੇ ਨੂੰ ਡਾਊਟ ਹੈ ਤਾਂ ਦੱਸੋ। ਹਾਂਜੀ ਸਟੂਡੈਂਟਸ, ਐਨੀ ਡਾਊਟ ਰਿਗਾਰਡਿੰਗ ਦਿਸ? ਹਾਂਜੀ, ਜੀਸ਼ੂ, ਮਹਿੰਦਰ, ਮੁਸਕਾਨ, ਕੁਸੁਮ, ਗੌਰਵ, ਖੁਸ਼ਦੀਪ, ਕੁਸੁਮ। ठीक है रजे, ओके है, क्लियर है। ठीक है रजे। सो मीटिंग एक जस्ट अ सेकंड, मीटिंग दोबारा स्टार्ट करांगे रजे, ठीक है। रीजन बीइंग के अपने को एक छोटा जिहा टॉपिक रह गया वो कंप्लीट करना है, बिकॉज द टाइम लिमिट इज फॉर 40 मिनट्स। सो आई एम जस्ट स्टार्टिंग द मीटिंग अगेन एंड तुसी दोबारा ज्वाइन करो उसमें, ठीक है। ओके रजे, फिर अपन नेक्स्ट कंटिन्यू करते हैं। दैट इज योर impacts of the global warming in the next lecture.